बीजेपी सरकार मुर्दाबाद, बीजेपी सरकार मुर्दाबाद, बीजेपी सरकार मुर्दाबाद, बीजेपी सरकार मुर्दाबाद मुर्दाबाद बीजेपी ਅੱਜ ਸਾਰੇ ਦੇਸ਼ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਬੀਜੇਪੀ ਦੀ ਸਰਕਾਰ ਵੱਲੋਂ ਜਦੋਂ ਤੋਂ ਜੀਐਸਟੀ ਇਸ ਦੇਸ਼ ਦੇ ਵਿੱਚ ਆਇਆ ਹੈ, ਕਿਸ ਤਰ੍ਹਾਂ ਉਹਦੇ 'ਚ ਤਬਦੀਲੀਆਂ ਕੀਤੀਆਂ ਗਈਆਂ, ਕਿਸ ਤਰੀਕੇ ਨਾਲ ਉਹਦੇ 'ਚ ਟੈਕਸ ਨੂੰ ਸਮੇਂ-ਸਮੇਂ ਤੇ ਵਧਾਇਆ ਜਾ ਰਿਹਾ ਔਰ ਕਿਸ ਤਰੀਕੇ ਦੇ ਨਾਲ ਅੱਜ ਮਹਿੰਗਾਈ ਜੋ ਨਵੇਂ ਜੀਐਸਟੀ ਟੈਕਸ ਸਟਰਕਚਰ ਦੇ ਕਾਰਨ ਅੰਦਾਜ਼ਨ 15% ਤੋਂ ਲੈ ਕੇ 25% ਹਰ ਘਰੇਲੂ ਸਮਾਨ ਦੇ ਵਿੱਚ ਜੋ ਵਾਧਾ ਹੋ ਰਿਹਾ ਹੈ ਉਸ ਦੇ ਨਾਲ ਕਿੰਨਾ ਵੱਡਾ ਬੋਝ ਸਾਡੀ ਦੇਸ਼ ਦੀ ਜਨਤਾ ਦੇ ਪੈ ਰਿਹਾ ਹੈ। मुर्दाबाद मुर्दाबाद बीजेपी सरकार मुर्दाबाद 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 बीजेपी सरकार मुर्दाबाद मुर्दाबाद ਸਰੋਂ ਦੇ ਤੇਲ ਤੋਂ ਲੈ ਕੇ ਆਟੇ ਦੀ ਗੱਲ ਹੋਵੇ, ਚਾਹੇ ਸੂਜੀ ਦੀ ਗੱਲ ਹੋਵੇ ਤੇ ਚਾਹੇ ਜਿਹੜੇ ਲੋਕ ਰਸੋਈ ਗੈਸ ਦਾ ਇਸਤੇਮਾਲ ਕਰਦੇ ਆ ਜਾਂ ਚਾਹੇ ਸਾਡੀਆਂ ਗੱਡੀਆਂ ਤੇ ਮੋਟਰਾਂ ਤੇ ਕਾਰਾਂ ਦੇ ਵਿੱਚ ਪੈਣ ਵਾਲੇ ਪੈਟਰੋਲ ਦੀ ਗੱਲ ਹੋਵੇ ਔਰ ਭਾਵੇਂ ਡੀਜ਼ਲ ਦੀ ਗੱਲ ਹੋਵੇ, ਹਰ ਚੀਜ਼ ਨੂੰ ਵੱਡੇ ਪੱਧਰ ਦੇ ਉੱਪਰ ਇਸ ਸਰਕਾਰ ਨੇ ਬਹੁਤ ਉੱਚੀਆਂ ਮਹਿੰਗਾਈਆਂ ਦੇ ਉੱਪਰ ਪਹੁੰਚਾਇਆ ਹੈ। ਅੱਜ ਸਾਡੇ ਦੇਸ਼ ਦੀ ਜਨਤਾ ਇਸ ਮਹਿੰਗਾਈ ਦੇ ਦਬਾਅ ਦੇ ਵਿੱਚ ਆ ਕੇ ਆਪਣੇ ਆਪ ਨੂੰ ਬੜਾ ਮਾੜਾ ਮਹਿਸੂਸ ਕਰ ਰਹੀ ਹੈ, ਬੜਾ ਦਬਿਆ ਹੋਇਆ। बीजेपी सरकार मुर्दाबाद मुर्दाबाद ਹਮੇਸ਼ਾ ਇੱਕ ਸੁਪਨਾ ਰਿਹਾ ਹੈ ਕਿ ਸੰਗਰੂਰ ਮੈਡੀਕਲ ਹੱਬ ਬਣੇ। ਜਦੋਂ ਤੋਂ ਮੈਨੂੰ ਇਸ ਇਲਾਕੇ ਦੇ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ, ਅਸੀਂ 2009 ਦੇ ਵਿੱਚ ਸਭ ਤੋਂ ਪਹਿਲਾਂ ਉਰੇ ਟਾਟਾ ਦਾ ਕੈਂਸਰ ਹਸਪਤਾਲ ਡਾਕਟਰ ਮਨਮੋਹਨ ਸਿੰਘ ਜੀ ਦੀ ਸਰਕਾਰ ਵੇਲੇ ਮਨਜ਼ੂਰ ਕਰਾ ਕੇ ਸਥਾਪਿਤ ਕੀਤਾ ਔਰ ਉਸ ਦੇ ਨਾਲ ਨਾਲ ਪੀਜੀਆਈ ਦਾ ਅਸੀਂ ਹਸਪਤਾਲ ਲੈ ਕੇ ਆਏ, ਜਿਹੜਾ ਕਿ ਅੱਜ ਉਹਦੀ ਬਿਲਡਿੰਗ ਤਿਆਰ ਹੋ ਗਈ। ਕਰੋਨਾ ਕਰਕੇ ਡਾਕਟਰਾਂ ਦੀ ਅੱਜ ਸਾਰੇ ਦੇਸ਼ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਬੀਜੇਪੀ ਦੀ ਸਰਕਾਰ ਵੱਲੋਂ ਜਦੋਂ ਤੋਂ ਜੀਐਸਟੀ ਇਸ ਦੇਸ਼ ਦੇ ਵਿੱਚ ਆਇਆ ਹੈ, ਕਿਸ ਤਰ੍ਹਾਂ ਉਹਦੇ 'ਚ ਤਬਦੀਲੀਆਂ ਕੀਤੀਆਂ ਗਈਆਂ, ਕਿਸ ਤਰੀਕੇ ਨਾਲ ਉਹਦੇ 'ਚ ਟੈਕਸ ਨੂੰ ਸਮੇਂ-ਸਮੇਂ ਤੇ ਵਧਾਇਆ ਜਾ ਰਿਹਾ ਔਰ ਕਿਸ ਤਰੀਕੇ ਦੇ ਨਾਲ ਅੱਜ ਮਹਿੰਗਾਈ ਜੋ ਨਵੇਂ ਜੀਐਸਟੀ ਟੈਕਸ ਸਟਰਕਚਰ ਦੇ ਕਾਰਨ ਅੰਦਾਜ਼ਨ 15% ਤੋਂ ਲੈ ਕੇ 25% ਹਰ ਘਰੇਲੂ ਸਮਾਨ ਦੇ ਵਿੱਚ ਜੋ ਵਾਧਾ ਹੋ ਰਿਹਾ ਹੈ ਉਸ ਦੇ ਨਾਲ ਕਿੰਨਾ ਵੱਡਾ ਬੋਝ ਸਾਡੀ ਦੇਸ਼ ਦੀ ਜਨਤਾ ਦੇ ਪੈ ਰਿਹਾ ਹੈ, ਉਹ ਸਾਡੇ ਸਭ ਦੇ ਸਾਹਮਣੇ ਹੈ। ਸਰੋਂ ਦੇ ਤੇਲ ਤੋਂ ਲੈ ਕੇ ਆਟੇ ਦੀ ਗੱਲ ਹੋਵੇ, ਚਾਹੇ ਸੂਜੀ ਦੀ ਗੱਲ ਹੋਵੇ ਤੇ ਚਾਹੇ ਜਿਹੜੇ ਲੋਕ ਰਸੋਈ ਗੈਸ ਦਾ ਇਸਤੇਮਾਲ ਕਰਦੇ ਆ ਜਾਂ ਚਾਹੇ ਸਾਡੀਆਂ ਗੱਡੀਆਂ ਤੇ ਮੋਟਰਾਂ ਤੇ ਕਾਰਾਂ ਦੇ ਵਿੱਚ ਪੈਣ ਵਾਲੇ ਪੈਟਰੋਲ ਦੀ ਗੱਲ ਹੋਵੇ ਔਰ ਭਾਵੇਂ ਡੀਜ਼ਲ ਦੀ ਗੱਲ ਹੋਵੇ, ਹਰ ਚੀਜ਼ ਨੂੰ ਵੱਡੇ ਪੱਧਰ ਦੇ ਉੱਪਰ ਇਸ ਸਰਕਾਰ ਨੇ ਬਹੁਤ ਉੱਚੀਆਂ ਮਹਿੰਗਾਈਆਂ ਦੇ ਉੱਪਰ ਪਹੁੰਚਾਇਆ ਹੈ। ਅੱਜ ਸਾਡੇ ਦੇਸ਼ ਦੀ ਜਨਤਾ ਇਸ ਮਹਿੰਗਾਈ ਦੇ ਦਬਾਅ ਦੇ ਵਿੱਚ ਆ ਕੇ ਆਪਣੇ ਆਪ ਨੂੰ ਬੜਾ ਮਾੜਾ ਮਹਿਸੂਸ ਕਰ ਰਹੀ ਹੈ, ਬੜਾ ਦਬਿਆ ਹੋਇਆ ਮਹਿਸੂਸ ਕਰ ਰਹੀ ਹੈ ਔਰ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਇਹ ਮਹਿੰਗਾਈ ਦੇ ਮੁੱਦੇ ਦੇ ਉੱਪਰ ਜਿੱਥੇ ਜ਼ਿਲ੍ਹੇ ਪੱਧਰ ਦੇ ਉੱਪਰ ਧਰਨੇ ਦਿੱਤੇ ਜਾ ਰਹੇ ਆ, ਉੱਥੇ ਸੂਬਾ ਪੱਧਰ ਦੇ ਉੱਪਰ ਤੇ ਦੇਸ਼ ਦੇ ਪੱਧਰ ਦੇ ਉੱਪਰ ਵੀ ਧਰਨੇ ਲਗਾਏ ਜਾ ਰਹੇ ਆ ਤਾਂ ਕਿ ਇਹ ਗੂੰਗਾ ਬੌਲੀ ਸਰਕਾਰ ਨੂੰ ਜਗਾਇਆ ਜਾ ਸਕੇ, ਇਸ ਸਰਕਾਰ ਨੂੰ ਦੱਸਿਆ ਜਾ ਸਕੇ ਕਿ ਇਸ ਦੇਸ਼ ਦੀ ਜਨਤਾ ਜਿਨ੍ਹਾਂ ਨੇ ਇਹਨਾਂ ਨੂੰ ਤਾਕਤ ਦਿੱਤੀ ਸੀ, ਜਿਨ੍ਹਾਂ ਨੇ ਇਸ ਸੂਬੇ ਦੇ ਤੇ ਦੇਸ਼ਾਂ ਦੇ ਵਿੱਚ ਇਸ ਸਰਕਾਰ ਨੂੰ ਤਾਕਤ ਦਿੱਤੀ ਸੀ ਇਸ ਦੇਸ਼ ਦੀ ਹਾਲਾਤ ਨੂੰ ਚੰਗੇ ਕਰਨ ਵਾਸਤੇ, ਚਾਹੇ ਪਹਿਲਾਂ ਨੋਟਬੰਦੀ ਵਰਗਾ ਕਾਨੂੰਨ ਇਸ ਦੇਸ਼ 'ਚ ਆਇਆ ਤੇ ਚਾਹੇ ਫਿਰ ਜੀਐਸਟੀ ਦਾ ਕਾਨੂੰਨ ਆਇਆ ਜਿਸ ਦੇ ਨਾਲ ਇਸ ਸਾਡੇ ਦੇਸ਼ ਦੇ ਲੋਕਾਂ ਨੂੰ ਬੀਜੇਪੀ ਦੀ ਗਲਤ ਨੀਤੀਆਂ ਦੇ ਤਹਿਤ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ। ਅੱਜ ਸਾਰੇ ਦੇਸ਼ ਦੇ ਵਿੱਚ ਇਸ ਗੱਲ ਦਾ ਰੋਸ਼ ਹੋ ਰਿਹਾ ਹੈ, ਹਰ ਘਰ ਦੇ ਵਿੱਚ ਮਹਿੰਗਾਈ ਨੂੰ ਦੇਖਦੇ ਹੋਏ ਰੋਸ਼ ਹੋ ਰਿਹਾ ਹੈ। ਤਾਂ ਅੱਜ ਉਸ ਦੇ ਖਿਲਾਫ ਕਾਂਗਰਸ ਪਾਰਟੀ ਵੱਲੋਂ ਸੰਗਰੂਰ ਦੇ ਵਿੱਚ ਜਿਸ ਤਰ੍ਹਾਂ ਬਾਕੀ ਜ਼ਿਲ੍ਹਿਆਂ 'ਚ ਲੱਗਿਆ ਉਸ ਤਰ੍ਹਾਂ ਸੰਗਰੂਰ ਦੇ ਵਿੱਚ ਵੀ ਸਮੁੱਚੀ ਕਾਂਗਰਸ ਪਾਰਟੀ ਦੇ ਵੱਲੋਂ ਹਰ ਇਲਾਕੇ ਦੇ ਸਾਥੀਆਂ ਵੱਲੋਂ ਅੱਜ ਇਸ ਧਰਨੇ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਹਾਂ ਔਰ ਇਸ ਗੱਲ ਨੂੰ ਆਉਣ ਵਾਲੇ ਸਮੇਂ 'ਚ ਹੋਰ ਬੁਲੰਦੀਆਂ ਦੇ ਨਾਲ ਹਿੰਦੁਸਤਾਨ ਦੀ ਸਭ ਤੋਂ ਬੜੀ ਪੰਚਾਇਤ ਪਾਰਲੀਮੈਂਟ ਦੇ ਵਿੱਚ ਵੀ ਔਰ ਵਿਧਾਨ ਸਭਾ ਦੇ ਵਿੱਚ ਵੀ ਜ਼ੋਰਦਾਰ ਤਰੀਕੇ ਨਾਲ ਚੱਕਿਆ ਜਾਊਗਾ ਤਾਂ ਕਿ ਬੀਜੇਪੀ ਦੀ ਸਰਕਾਰ ਨੂੰ ਇਸ ਦੇ ਵਿੱਚ ਕੋਈ ਨਾ ਕੋਈ ਚੰਗੇ ਕਦਮ ਚੱਕ ਕੇ ਇਸ ਟੈਕਸ ਨੂੰ ਘਟਾਉਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਵੱਡੇ ਪੱਧਰ ਦਾ ਰਾਹਤ ਮਿਲ ਸਕੇ। बीजेपी सरकार मुर्दाबाद, बीजेपी सरकार मुर्दाबाद, बीजेपी सरकार मुर्दाबाद। सर एक सवाल है कि मान साहब जिन्होंने इतने मैडिकल कालेज का जो नींह पत्थर रखने अपनी सरकार ने भी इतने रखे सी
ਤੁਸੀਂ ਇਹਦੇ ਬਾਰੇ 'ਚ ਕੀ ਕਹਿਣਾ ਚਾਹੁੰਦੇ? ਦੇਖੋ ਗੱਲ ਇਹ ਹੈ ਕਿ ਮੇਰਾ ਹਮੇਸ਼ਾ ਇੱਕ ਸੁਪਨਾ ਰਿਹਾ ਹੈ ਕਿ ਸੰਗਰੂਰ ਮੈਡੀਕਲ ਹੱਬ ਬਣੇ। ਜਦੋਂ ਤੋਂ ਮੈਨੂੰ ਇਸ ਇਲਾਕੇ ਦੇ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ, ਅਸੀਂ 2009 ਦੇ ਵਿੱਚ ਸਭ ਤੋਂ ਪਹਿਲਾਂ ਉਰੇ ਟਾਟਾ ਦਾ ਕੈਂਸਰ ਹਸਪਤਾਲ ਡਾਕਟਰ ਮਨਮੋਹਨ ਸਿੰਘ ਜੀ ਦੀ ਸਰਕਾਰ ਵੇਲੇ ਮਨਜ਼ੂਰ ਕਰਾ ਕੇ ਸਥਾਪਿਤ ਕੀਤਾ ਔਰ ਉਸ ਦੇ ਨਾਲ ਪੀਜੀਆਈ ਦਾ ਅਸੀਂ ਹਸਪਤਾਲ ਲੈ ਕੇ ਆਏ, ਜਿਹੜਾ ਕਿ ਅੱਜ ਉਹਦੀ ਬਿਲਡਿੰਗ ਤਿਆਰ ਹੋ ਗਈ। ਕਰੋਨਾ ਕਰਕੇ ਡਾਕਟਰਾਂ ਦੀ ਨਿਯੁਕਤੀ ਨਹੀਂ ਹੋ ਸਕੀ, ਇਸ ਕਰਕੇ ਉਹ ਵੀ ਆਉਣ ਵਾਲੇ ਸਮੇਂ 'ਚ ਹੋਊਗੀ। ਔਰ ਜਿਹੜਾ ਪੂਰਾ ਹਸਪੀਟਲ ਤਿਆਰ ਹੋਇਆ ਤਾਂ ਮੈਡੀਕਲ ਫੈਸਿਲਿਟੀਆਂ ਦੇ ਨਾਲ ਵੱਡੇ ਪੱਧਰ ਦੇ ਉੱਪਰ ਸਾਡੇ ਇਲਾਕੇ 'ਚ ਫੈਸਿਲਿਟੀਆਂ ਆਈਆਂ ਔਰ ਇੱਕ ਵੱਡੇ ਮੈਡੀਕਲ ਕਾਲਜ ਦੀ ਸਾਡੇ ਸੰਗਰੂਰ ਨੂੰ ਲੋੜ ਸੀ। ਇਹ ਕਿਉਂ ਜ਼ਰੂਰਤ ਸੀ? ਕਿਉਂਕਿ ਜਦੋਂ ਵੀ ਕੋਈ ਬੜਾ ਹਸਪਤਾਲ ਸਾਡੇ ਸੂਬੇ ਵਿੱਚ ਆਉਂਦਾ ਜਾਂ ਸਾਡੇ ਇਲਾਕੇ ਵਿੱਚ ਆਉਂਦਾ ਹੈ, ਉਹ 'ਚ ਜਿਹੜੇ ਮੈਡੀਕਲ ਕਾਲਜ 'ਚ ਬੱਚੇ ਪੜ੍ਹਦੇ ਹੈ ਉਹਨਾਂ ਨੂੰ ਟ੍ਰੇਨਿੰਗ ਲੈਣ ਵਾਸਤੇ, ਜੇ ਅੱਜ ਉਰੇ ਕੈਂਸਰ ਦਾ ਹਸਪਤਾਲ ਹੈ ਤਾਂ ਜਿਹੜੇ ਬੱਚੇ ਸੰਗਰੂਰ ਦੇ ਮੈਡੀਕਲ ਕਾਲਜ 'ਚ ਪੜ੍ਹਨਗੇ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਦੀ ਟ੍ਰੇਨਿੰਗ ਵਾਸਤੇ ਸਹੂਲਤ ਮਿਲੂਗੀ। ਜਿਹੜੇ ਬੱਚੇ ਸੰਗਰੂਰ ਦੇ ਮੈਡੀਕਲ ਕਾਲਜ 'ਚ ਪੜ੍ਹਨਗੇ ਉਹਨਾਂ ਨੂੰ ਪੀਜੀਆਈ ਵਰਗੇ ਹਸਪਤਾਲ ਦੇ ਡਾਕਟਰਾਂ ਤੋਂ, ਤਜਰਬੇਕਾਰ ਡਾਕਟਰਾਂ ਤੋਂ ਆਪਣੀ ਡਾਕਟਰੀ ਦੇ ਪੜ੍ਹਨ ਦੇ ਵੇਲੇ ਤੇ ਉਸ ਤੋਂ ਬਾਅਦ ਡਾਕਟਰ ਬਣਨ ਵਾਸਤੇ ਵੱਡੇ ਪੱਧਰ ਤੇ ਉਹਨਾਂ ਨੂੰ ਸਹੂਲਤ ਮਿਲੂਗੀ। ਉਸ ਕਰਕੇ ਸੰਗਰੂਰ ਨੂੰ ਇੱਕ ਮੈਡੀਕਲ ਕਾਲਜ ਦੀ ਲੋੜ ਸੀ, ਜਿਹੜਾ ਕਾਂਗਰਸ ਪਾਰਟੀ ਦੀ ਸਰਕਾਰ ਜਦੋਂ ਚੰਨੀ ਸਾਹਿਬ ਆਏ ਉਸ ਵੇਲੇ ਅਸੀਂ ਮਨਜ਼ੂਰ ਕੀਤਾ, ਪੈਸਾ ਮਨਜ਼ੂਰ ਕੀਤਾ। ਉਹਦੀ ਸਾਰੀ ਸਟੇਟ ਗਵਰਨਮੈਂਟ ਨੇ 100% ਪੈਸਾ ਆਪਣੇ ਕੋਲੋਂ ਖਰਚ ਕਰਨ ਵਾਸਤੇ ਮਨਜ਼ੂਰ ਕੀਤਾ ਔਰ ਅਸੀਂ ਉਸ ਦੀ ਲੋਕੇਸ਼ਨ ਨੂੰ ਘਾਵਦਾ ਪਿੰਡ ਇਸ ਕਰਕੇ ਰੱਖਿਆ ਸੀ ਕਿਉਂਕਿ ਉਹਦੇ ਸਾਹਮਣੇ ਪੀਜੀਆਈ ਹਸਪਤਾਲ ਹੈ ਤੇ ਸੰਗਰੂਰ ਦੇ ਵਿੱਚ ਇੱਕ ਟਾਟਾ ਦਾ ਕੈਂਸਰ ਹਸਪੀਟਲ, ਤਾਂ ਕਿ ਜਿਹੜੇ ਬੱਚੇ ਉਸ ਮੈਡੀਕਲ ਕਾਲਜ 'ਚ ਪੜ੍ਹਨਗੇ ਉਹ ਬੱਚੇ ਦੋਨੋਂ ਹਸਪਤਾਲਾਂ ਦੀਆਂ ਸਹੂਲਤਾਂ ਹਾਸਲ ਕਰ ਸਕਣ। ਨਵੀਂ ਸਰਕਾਰ ਆਈ, ਸਰਕਾਰ ਦੀ ਤਬਦੀਲੀ ਹੋਈ ਤੇ ਮੌਜੂਦਾ ਸਰਕਾਰ ਨੇ ਉਸ ਹਸਪਤਾਲ ਨੂੰ ਜੋ ਮਨਜ਼ੂਰ ਘਾਵਦਾ ਪਿੰਡ 'ਚ ਮੈਡੀਕਲ ਕਾਲਜ ਕੀਤਾ ਸੀ ਉਹਨੂੰ ਤਬਦੀਲੀ ਕਰਨ ਵਾਸਤੇ ਗੱਲ ਕੀਤੀ ਔਰ ਉਹਨਾਂ ਨੇ ਅੱਜ ਉਸ ਜਿਹੜਾ ਮਨਜ਼ੂਰ ਹੋਇਆ ਮੈਡੀਕਲ ਕਾਲਜ ਹੈ ਉਸ ਦੀ ਥਾਂ ਨੂੰ ਘਾਵਦਾ ਤੋਂ ਚੱਕ ਕੇ ਮਸਤਵਾਨਾ ਸਾਹਿਬ ਉਹਨਾਂ ਨੇ ਕੀਤਾ। ਤਾਂ ਮੇਰਾ ਤਾਂ ਇੱਕੋ ਹੀ ਮਕਸਦ ਸੀ ਕਿ ਸਾਡੇ ਸੰਗਰੂਰ 'ਚ ਮੈਡੀਕਲ ਕਾਲਜ ਆਵੇ ਤੇ ਮੈਡੀਕਲ ਕਾਲਜ ਕਾਂਗਰਸ ਪਾਰਟੀ ਨੇ ਮਨਜ਼ੂਰ ਕਰਤਾ ਸੀ ਤੇ ਜੇ ਅੱਜ ਇਹ ਮੌਜੂਦਾ ਸਰਕਾਰ ਨੇ ਉਹਨਾਂ ਨੂੰ ਉਸ ਮੈਡੀਕਲ ਕਾਲਜ ਦੀ ਥਾਂ ਨੂੰ ਬਦਲ ਕੇ ਕਿਤੇ ਹੋਰ ਕੀਤਾ ਹੈ, ਮਕਸਦ ਤਾਂ ਇੱਕੋ ਹੀ ਕਿ ਜਿਹੜੇ ਬੱਚੇ ਉਰੇ ਪੜ੍ਹਨ ਉਹਨਾਂ ਨੂੰ ਟਾਟਾ ਦਾ ਕੈਂਸਰ ਹਸਪੀਟਲ ਤੋਂ ਵੀ ਤਜਰਬਾ ਮਿਲ ਸਕੇ ਤੇ ਉਹਨਾਂ ਨੂੰ ਪੀਜੀਆਈ ਦੇ ਡਾਕਟਰਾਂ ਤੋਂ ਵੀ ਤਜਰਬਾ ਮਿਲ ਸਕੇ। ਮੇਰੀ ਤਾਂ ਇੰਨੀ ਕੀ ਸੋਚ ਹੈ।